ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੋਦੇ ਆਗੇ ਅਰਦਾਸ ਹਮਾਰੀ ਹੈ ਭੀ ਸਚ नानक होसी भी सच। तुदे आगे अरदास हमारी जियो पिंड सब तेरा कहो नानक सब तेरी वड्याई। कोई नाओ न जाने मेरा ज्ञान ध्यान किछ कर्म ना जाना सार ना जाना तेरी। सब ते वड्डा सतगुर नानक जिन कल राखी मेरी। जिन्हां ने सतगुर पुरख मनाया तिन्हां नूं हर कोई पूजदा। सतगुर पुरख मनाया हर कोई पूजदा। सतगुर सेवे अपना तिसनो पूजे सब कोई।
सबना उपावा सिर उपाऊ है, हर नाम प्राप्त होए। अंतर शीतल शांत वसै, जप हृदय सदा सुख होए। अमृत खाना अमृत पहनना, नानक नाम वडाई होए। वधिया चलदा जी, क्यों छेड़-छाड़ करी जांदा? अमृत खाना अमृत पहनना, नानक नाम वडाई होए। जिन्हां ने सतगुर पुरख मनाया, तिन्हां नूं हर कोई पूजदा। सतगुर पुरख मनाया, हर कोई पूजदा। सतगुर पुरख मनाया, तिन्हां हर कोई पूजदा। जिन्हां ने सतगुर पुरख मनाया, तिन्हां हर कोई पूजदा। परम सत्कारयोग सतगुरु जबर तखत छतर दे मालिक, जुगो जुग अटल, दसां पातशाहियां दी आत्मक जोत, धन धन श्री गुरु ग्रंथ साहिब जी महाराज, सतगुरु जी की अति अपार कृपा बख्शिश हुई है। जो गुरु साहिब जी ने सत संगत दीयां घड़ियां सुभागा समा बख्शिश कीता है। निमरता ते सत्कार नाल ये बेनती है सरबत संगतां नूं कि जितना समा कीर्तन हो रहा है, कथा विचार हो रही है, आप जी ने प्यार ते सत्कार दे नाल जल पानी छक के गुरु महाराज की हजूरी विच बैठण की कृपा करनी है। श्री गुरु ग्रंथ साहिब महाराज जी का आदर भै सत्कार मन विच रखना है। गुरु ग्रंथ साहिब महाराज की हाजरी विच अपने आप नूं केवल सतसंगी जानना है ते सतसंगी बन के ही महाराज की हजूरी विच आपां ने बैठना। भाव आपस विच गल्लां बातां तो गुरेज करना है। जिन्हां दी कोई ड्यूटी है कामकार दी, कोई प्रशादे पानी वरताउंदा है, कोई बना रहे है, उन्हां नूं सनिमर बेनती है कि तुहाडी आवाज़ कथा कीर्तन विच विघन ना बने।
ਬੇਨਤੀ ਹੈ ਸਾਰਿਆਂ ਨੇ ਭਾਈ ਸਤਿਕਾਰ ਰੱਖਣਾ ਹੈ, ਖਾਸ ਕਰਕੇ ਕਿਉਂਕਿ ਜਦੋਂ ਕੋਈ ਵਿਆਹ ਦਾ ਕੰਮ ਹੁੰਦਾ ਹੈ ਨਾ, ਆਪਾਂ ਕਥਾ ਕੀਰਤਨ ਦਾ ਸਮਾਗਮ ਰੱਖ ਲੈਂਦੇ ਹਾਂ, ਪਰ ਅਸੀਂ ਸਿਰ ਤੇ ਰੁਮਾਲ ਬੰਨ੍ਹਣ ਤੋਂ ਵੀ ਕਈ ਗੁਰੇਜ਼ ਕਰਦੇ ਆ। ਬੀਬੀਆਂ ਨੂੰ ਆਦਤ ਸਿਰ ਨੰਗਾ ਰੱਖਦੀਆਂ ਕਿ ਸਾਡੇ ਕੇਸ ਨਾ ਕਿਤੇ ਇੱਧਰ ਉੱਧਰ ਹੋ ਜਾਣ। ਉਹ ਇਹ ਖਿਆਲ ਰੱਖਣਾ ਹੈ। ਮੈਂ ਪਹਿਲਾਂ ਵੀ ਆ ਕੇ ਬੇਨਤੀ ਕੀਤੀ, ਕਈ ਨੰਗੇ ਸਿਰ ਫਿਰਦੇ ਸੀ। ਹੁਣ ਇਹ ਸਾਡੇ ਹੀ ਨਹੀਂ ਇਕੱਲੀ ਡਿਊਟੀ ਹੁੰਦੀ, ਜਿਹੜੇ ਚਾਹ ਪਾਣੀ ਛਕੀ ਜਾਂਦੇ ਉਹ ਵੀ ਥੋੜ੍ਹਾ ਜਿਹਾ ਧਿਆਨ ਰੱਖੋ ਵੀ ਤੁਹਾਡੇ ਵਿੱਚ ਹੀ ਕੋਈ ਨੰਗੇ ਸਿਰ ਫਿਰਦਾ। ਤੁਸੀਂ ਵੀ ਕਹਿ ਸਕਦੇ ਹੋ, ਤੁਹਾਡਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਹੈ, ਇਕੱਲਾ ਮੇਰਾ ਹੀ ਨਾ ਤੁਸੀਂ ਵੀ ਮੈਂ ਹੀ ਸਿੰਘ ਵਸਾਉਣੇ ਆ, ਤੁਹਾਡਾ ਵੀ ਕੰਮ ਇਹ ਹੈਗਾ। ਇਸ ਕਰਕੇ ਜਿਹੜਾ ਵੀ ਕੋਈ ਨੰਗੇ ਸਿਰ ਫਿਰਦਾ ਹੈ ਉਹਨੂੰ ਕਹੇ ਵੀ ਜਾਂ ਤਾਂ ਭਾਈ ਘਰ ਚਲਿਆ ਜਾ, ਜੇ ਨਹੀਂ ਤੇਰਾ ਜੀ ਕਰਦਾ ਟਕਣ ਨੂੰ। ਜੇ ਹੁਣ ਮਹਾਰਾਜ ਦੀ ਹਜ਼ੂਰੀ ਹੈ, ਜਿੰਨਾ ਸਮਾਂ ਰਹਿਣਾ ਹੈ, ਤਾਂ ਫਿਰ ਸੀਸ ਢੱਕ ਕੇ ਤੈਨੂੰ ਰੱਖਣਾ ਪਵੇਗਾ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਜਿਤਨੇ ਵੀ ਗੁਰਮੁਖ ਪਿਆਰੇ ਮਾਈ ਭਾਈ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨ ਸ਼ਰਨ ਵਿੱਚ ਪਹੁੰਚੇ, ਆਦਬ ਤੇ ਸਤਿਕਾਰ ਨਾਲ ਪਾਈਏ ਫਤਿਹ ਦੀ ਸਾਂਝ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਕਿਰਪਾ ਕਰਦੇ ਆ। ਇਹ ਗੂਜਰੀ ਵਾਰ ਜਿਹੜੀ ਹੈ, ਗੂਜਰੀ ਰਾਗ ਦੀ, ਇਸ ਦੀ 9ਵੀਂ ਪੌੜੀ ਦੇ ਨਾਲ ਸੰਬੰਧਿਤ ਤੀਜੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਸ਼ਲੋਕ ਹੈ, 2 ਸ਼ਲੋਕ ਤੇ ਪੌੜੀ। ਗੁਰੂ ਮਹਾਰਾਜ ਪਹਿਲੀ ਪੰਕਤੀ ਵਿੱਚ ਸਤਿਗੁਰੂ ਦੀ ਸੇਵਾ ਦਾ ਜ਼ਿਕਰ ਕਰਦੇ ਆ। ਮਹਾਰਾਜ ਕਹਿੰਦੇ ਜਿਹੜੇ ਸੇਵਾ ਕਰਦੇ ਆ ਉਹਨਾਂ ਨੂੰ ਸਾਰੇ ਕੋਈ ਪੂਜਦੇ ਹਨ, ਐਸਾ ਮਹਾਰਾਜ ਨੇ ਬਚਨ ਕਹੇ ਹੈ। ਤਾਂ ਇਹ ਜਾਣੀਏ ਸੇਵਾ ਕੀ ਹੈ। ਜੇ ਸਤਿਗੁਰ ਸੇਵੇ ਆਪਣਾ, ਤਿਸ ਨੂੰ ਪੂਜੈ ਸਭ ਕੋਏ। ਸੇਵਾ ਗੁਰਮੁਖੋ ਸੰਸਾਰ ਦੇ ਵਿੱਚ ਬਹੁਤ ਉੱਚੀ ਇੱਕ ਸਾਧਨਾ ਹੈ, ਔਰ ਮਨੁੱਖਤਾ ਦੇ ਕਲਿਆਣ ਵਾਸਤੇ ਇਹ ਸੇਵਾ ਦਾ ਇੱਕ ਮਹਾਨ ਮਹੱਤਵ ਹੈ। ਪਰ ਗੁਰੂ ਮਹਾਰਾਜ ਨੇ ਇੱਕ ਬਚਨ ਇਹ ਵੀ ਕੀਤਾ ਹੈ ਕਿ ਜਿਹੜਾ ਮਨੁੱਖ ਹੈ ਇਹਨੂੰ ਹਉਮੈ ਦਾ ਦੀਰਘ ਰੋਗ ਲੱਗਿਆ ਹੋਇਆ ਹੈ। ਇਸ ਕਰਕੇ ਸੇਵਾ ਕਰਨ ਦੇ ਨਾਲ ਜਿਹੜੀ ਹਉਮੈ ਹੈ ਇਹ ਦੂਰ ਹੋ ਜਾਂਦੀ ਹੈ। ਹਉਮੈ ਨੂੰ ਮਹਾਰਾਜ ਨੇ ਜਿੱਥੇ ਦੀਰਘ ਰੋਗ ਕਿਹਾ, ਉੱਥੇ ਅੰਧ ਗੁਬਾਰ ਵੀ ਕਿਹਾ। ਔਰ ਇਸ ਹਉਮੈ ਦੇ ਅੰਧ ਗੁਬਾਰ ਵਿੱਚ ਸੇਵਾ ਇੱਕ ਪ੍ਰਕਾਸ਼ ਹੈ। ਗੁਰੂ ਮਹਾਰਾਜ ਕਹਿੰਦੇ ਜਿਹੜਾ ਕੋਈ ਪ੍ਰਾਣੀ ਸਹਿਜ ਸਹਿਤ ਸੇਵਾ ਕਰਦਾ ਹੈ ਨਾ, ਉਹ ਵਾਹਿਗੁਰੂ ਦੀ ਦਰਗਾਹ ਵਿੱਚ ਪਹੁੰਚ ਜਾਂਦਾ ਹੈ। ਵਿੱਚ ਦੁਨੀਆ ਸੇਵ ਕਮਾਈਐ, ਤਾ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁੜਾਈਐ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਦੋਂ ਬਾਣੀ ਪੜ੍ਹਦੇ ਹਾਂ ਤਾਂ ਸੇਵਾ ਨੂੰ ਕਈ ਹਿੱਸਿਆਂ ਵਿੱਚ ਵੰਡਿਆ ਹੈ। ਮਹਾਰਾਜ ਨੇ ਸਮਝਾਉਣਾ ਹੈ ਨਾ, ਤਾਂ ਸਾਨੂੰ ਕੱਲੇ-ਕੱਲੇ ਵਿਸ਼ੇ ਤੇ ਸਮਝਾਇਆ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਇਹਦੇ ਵਿੱਚ ਵੱਖ-ਵੱਖ ਰੂਪ ਨੇ ਸੇਵਾ ਦੇ। ਜਿਵੇਂ ਮਹਾਰਾਜ ਨੇ ਇੱਕ ਤਾਂ ਕਿਹਾ ਗੁਰ ਸੇਵਾ, ਇੱਕ ਮਹਾਰਾਜ ਨੇ ਵੀ ਲਿਖਿਆ ਦੂਜੀ ਸੇਵਾ। ਫਿਰ ਗੁਰਬਾਣੀ ਵਿੱਚ ਸੰਤ ਸੇਵਾ ਦਾ ਵੀ ਜ਼ਿਕਰ ਹੈ, ਸਾਧ ਸੇਵਾ ਦਾ ਵੀ ਜ਼ਿਕਰ ਹੈ, ਗੁਰਸਿੱਖ ਸੇਵਾ ਦਾ ਵੀ ਜ਼ਿਕਰ ਹੈ, ਲੋਕ ਸੇਵਾ ਦਾ ਵੀ ਜ਼ਿਕਰ ਹੈ।
इसे तरह गुरु की संगत दी सेवा, कार सेवा, खालसे दी सेवा इत्यादि बेअंत बार सानू ऐसे बचन गुरु ग्रंथ साहिब महाराज दी बाणी विचों प्राप्त हो जाणगे, जिन्हां दे विच महाराज जी ने वख-वख सेवा दा जिक्र कीता है। पहला आ गया गुर सेवा। गुरु महाराज जी बचन करते है गुर सेवा ते सुख उपजै फिर दुख ना लगे आए। जम्मण मरना मिट गया काले का किछ ना वसाए। गुरु की सेवा करिए तां सुखां दी प्राप्ति हुंदी है, दुख मिट जाते हैं। महाराज दे बाणी विच भी वचन है कि जिहड़ी सेवा है ना वो सतगुरु दी करिए तो ये सफली है, सहत फल है। सफल शब्द का अर्थ है सहत फल, भाव ये फल देने वाली है। सतगुर की सेवा सफल है। नाल कंडीशन लाती महाराज ने, जे को करे चित लाए। जे कोई मन दे नाल चित ला के कागरता ना सेवा करदा है, ये सहत फल सेवा है। मन चिंदिया फल पावना, हौमे विचों जाए। इहदे नाल मन इच्छित फल की प्राप्ति हुंदी है और जीव दे अंदरों हौमे दूर हो जाती है। ये आपां गुरु काल दे विच इतिहास विचों पढ़दे हां। गुरु महाराज ने सेवा करन दा, जिमें गुरु अमरदास महाराज ने बिरध अवस्था विच जाके 12 साल गुरु अंगद देव जी पातशाह की सेवा की। वो सेवा तो प्रसन्न होए महाराज, तां गुरु अंगद देव जी पातशाह ने गुरु अमरदास महाराज नूं तीसरे गुरु थापिया। तो इउं ही गुरु महाराज की सेवा, श्री गुरु ग्रंथ साहिब पातशाह की सेवा सफल हो जाती है, पर किन्हां दी प्यार ते सत्कार नाल पड़ी। सेवा सफल उन्हां दी होवे जिहड़े चित लाके साधु, सफल उन्हां दी होवे जिहड़े चित लाके
सतगुर दी सेवा दा कि सेवा करिए है सफली, पर सानू विधि दसती सेवा करनी किवें। फिर जिक्र आउंदा दूजी सेवा। दूजी सेवा भाव की है? गुरु दी सेवा नूं छड्ड के होर देवी देवतियां दी सेवा करदा। महाराज दे बचन है, हर की तुम सेवा करो। महाराज कहते हरि दी सेवा भाई परमेश्वर दी करो, दूजी सेवा करो ना कोई जियो। दूजी सेवा करो ना कोई जी। महाराज कहते दूजी सेवा नहीं करनी। फर्क ये सानू दसता महाराज ने। हरि दी सेवा क्यों करनी है, दूजी क्यों नहीं करनी। महाराज कहते हर की सेवा ते मनों चिंदिया फल पाई है। हरि दी सेवा करन नाल मन इच्छत फल की प्राप्ति हुंदी है। दूजी सेवा जन्म बिरथा जाएगी। जिहड़ी दूजी सेवा है उहदे नाल जन्म बेअर्थ चलिया जांदा। गुरु महाराज गुरु अमरदास पातशाह जी ऐसा सानू ये उपदेश दिंदे है। भाई साहब भाई गुरदास जी वचन करते ने, दोए दर्पण देखै एक सै अनेक रूप, दोए नाभ पाव धरै पहुंचे ना पार है। शीशा एक मूहरे होवे तां रूप सही सलामत दींदा, जे दो होण तां उन्ने ही रूप दिसण लग जांदे है। वो सगां दी अगे कई अपने रूप वेखदा है। दो बेड़ियां ते कोई सवार होने की कोशिश करता है तो पार नहीं हो सकता। दोए दिशा गहे गहाए सै हाथ पाव टूटा। जे दोने पासे कोई वस्तु नूं फड़न की कोशिश कर, हाथ पैर टुट जाते हैं, भाव नुकसान हुंदा। दुराहे दुचित होए भूल पग धार है। दुराहे विच जाके कोई प्राणी दो चित्ता हो जावे तां भुल के होर मार्ग ते पैर धर लैंदा। दोए भूपता को गाओ परजा ना सुखी होत। जिस इलाके दे दो जिहड़े राजे होण, भाव दो मुखी होण, तां उहदी परजा कदे भी सुखी नहीं हो सकदी। दोए पुरखन की नार कुला बहु, दोए पुरखन की ना नार कुला बधूता नार है। कदे उन्होंने कुला बधू नहीं कहा जा सकता जो दो पुरखों की नार कहावे। गुरसिख होए, कहना की चाहते हैं भाई गुरदास जी, होवे गुरु का सिख आन देव सेव टेव गहै। होर कहते देवी देवतियां दी सेवा नूं चाहे भाव होर करना, होर सेवा करदा है, सह जम डंड त्रिग जीवन संसार है। इस करके महाराज ने सानू सतगुर दी सेवा करन दा उपदेश दिता। फिर तीजा है संत सेवा। कौन संत? जिहड़े स्वास स्वास सिमरन करन वाले परोपकारी जिन्हां दा जीवन है। ऐसे संतां दी सेवा दा गुरबाणी अंदर जिक्र आउंदा। महाराज कहंदे प्रभ यह मनोरथ मेरा, कृपा निधान दयाल मोहे दीजै, कर संतन का चेरा। कैसी सेवा करिए? प्रातः काल चरनी निसबासुर दर्श पावो, तन मन अर्प करो जन सेवा, रसना हर गुण गावो। गुण वाहिगुरु दे गाउणे, गुरमुखां दी संगत करके रसना नाल परमेश्वर दे गुण गाउणे आ। भाव ऐसा संत जी दे नाल जुड़ के वाहिगुरु दे गुण गा सके। फिर जिक्र आउंदा साध सेवा।
ਗੁਰੂ ਮਹਾਰਾਜ ਸਾਧ ਕਿਹਨੂੰ ਕਹਿੰਦੇ ਨੇ? ਬਾਣੀ ਵਿੱਚ ਬਚਨ ਹੈ, ਸਾਧ ਨਾਮ ਨਿਰਮਲਤਾ ਕੇ ਕਰਮ। ਕੈਸਾ ਹੈ ਸਾਰ ਕੁਤਾਵਲੀ ਦਾ ਕਰਤਾ ਲਿਖਦਾ ਹੈ, ਕਹਿੰਦਾ ਸਾਧ ਵਹੀ ਜਗ ਜਾਨੀਐ ਜਾ ਕੇ ਨਹੀਂ ਉਪਾਦ ਮਨ। ਤੋ ਐਸਾ ਜਿਹੜਾ ਵਿਕਾਰਾਂ ਰੂਪੀ ਪਾਦੀਆਂ ਤੋਂ ਰਹਿਤ ਹੈ ਉਹ ਗੁਰਮੁਖੋ ਸਾਧ ਹੈ। ਤੇ ਐਸੇ ਸਾਧੂ ਦੇ ਫਿਰ ਸੇਵਾ ਦਾ ਜ਼ਿਕਰ ਹੈ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਫਿਰ ਗੁਰਮੁਖੋ ਗੁਰਸਿੱਖਾਂ ਦੀ ਸੇਵਾ ਦਾ ਜ਼ਿਕਰ ਵੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ। ਭਾਈ ਸਾਹਿਬ ਕਹਿੰਦੇ ਪੰਜ ਵਾਰ ਗੰਗ ਜਾਏ ਵਾਰ ਪੰਜ ਪ੍ਰਾਗ ਨਹਾਏ। 5 ਵਾਰੀ ਕੋਈ ਗੰਗਾ ਇਸ਼ਨਾਨ ਕਰਿਆ ਆਵੇ, 5 ਵਾਰੀ ਪ੍ਰਾਗ ਇਸ਼ਨਾਨ ਕਰਿਆ ਆਵੇ, ਕਿਉਂਕਿ ਇਹਨਾਂ ਨੂੰ ਇੱਥੇ ਇਸ਼ਨਾਨ ਨੂੰ ਹਿੰਦੂ ਧਰਮ ਵਿੱਚ ਪਵਿੱਤਰ ਗਿਣਿਆ ਕਿ ਬਹੁਤ ਇਹਦਾ ਪੁੰਨ ਫਲ ਹੈ। ਤੇ ਭਾਈ ਸਾਹਿਬ ਕੀ ਬਚਨ ਕਰਦੇ? ਤੈਸਾ ਪੁੰਨ ਇੱਕ ਗੁਰ ਸਿੱਖ ਕੋ ਨਿਭਾਏਗਾ। ਪੁਰਾਣੇ ਸਮਿਆਂ ਵਿੱਚ ਸਿੱਖ ਆਉਂਦੇ ਸੀ ਚੱਲ ਕਰਕੇ ਤਾਂ ਨਗਰ ਦੇ ਸਿੱਖਾਂ ਨੇ ਉਹਨਾਂ ਦਾ ਇਸ਼ਨਾਨ ਕਰਾਉਣਾ। ਹੁਣ ਜ਼ਮਾਨਾ ਬਦਲ ਗਿਆ, ਹੁਣ ਤਾਂ ਪ੍ਰਸ਼ਾਦਾ ਛਕਾ ਕੇ ਹੱਥ ਧੋਣ ਨੂੰ ਤਿਆਰ ਨਹੀਂ ਕੋਈ, ਕਹਿੰਦੇ ਟਾਈਮ ਹੀ ਨਹੀਂ ਸਾਡੇ ਕੋਲੇ। ਲੇਕਿਨ ਪੁਰਾਤਨ ਗੁਰਸਿੱਖਾਂ ਦੀ ਸੇਵਾ ਦਾ ਜ਼ਿਕਰ, ਸਿੱਖ ਕੋ ਪਲਾਏ ਪਾਣੀ ਭਾਉ ਕਰ ਕੁਰ ਖੇਤ, ਅਸਮੇਧ ਜਗ ਫਲ ਸਿੱਖ ਕੋ ਜਵਾਏ ਕਾ। ਇੱਕ ਗੁਰਸਿੱਖ ਨੂੰ ਛਕਾ ਦਈਏ ਨਾ ਕੁਝ, ਅਸਮੇਧ ਜਗ ਦਾ ਫਲ ਮਿਲ ਜਾਂਦਾ। ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਸ਼ਬਦ ਦੀ ਸਿੱਖਿਆ ਦੇ ਦੇਣੀ, ਗੁਰੂ ਮਹਾਰਾਜ ਦੀ ਬਾਣੀ ਦੇ ਉਪਦੇਸ਼ ਦੀ। ਜਿਹੋ ਜੇ 7 ਮੰਦਰ ਸੋਨੇ ਦੇ ਉਸਾਰ ਕੇ ਕੋਈ ਦਾਨ ਕਰ ਦੇਵੇ, ਇਤਨਾ ਵੱਡਾ ਦਾਨ ਪੁੰਨ ਸ਼ਬਦ ਪ੍ਰਾਪਤ ਹੁੰਦਾ ਹੈ ਭਾਈ ਨੂੰ। ਜੈਸੇ 20 ਵਾਰ ਦਰਸ਼ਨ ਸਾਧ ਕਾਹੂ ਕੀਆ, ਤੈਸਾ ਫਲ ਸਿੱਖ ਕੋ ਚਾਪ ਪਗ ਸੁਆਏ ਕਾ। ਆਰਾਮ ਕਰਨ ਸਮੇਂ ਕਿਸੇ ਗੁਰਸਿੱਖ ਦੀ, ਕਿਉਂਕਿ ਪਹਿਲੇ ਐਸੇ ਸਮੇਂ ਸੰਗਤਾਂ ਤੁਰ ਕੇ ਜਾਂਦੀਆਂ, ਗੁਰਸਿੱਖਾਂ ਨੇ ਮੁੱਠੀ ਚਾਪੀ ਵੀ ਕਰਨੀ ਗੁਰਸਿੱਖਾਂ ਦੀ ਇੱਕ ਦੂਜੇ ਦੀ। ਇਹ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈ। ਹੁਣ ਜ਼ਮਾਨਾ ਬਦਲ ਗਿਆ, ਤਰਕ ਪ੍ਰਧਾਨ ਹੋ ਗਈ ਹੈ। ਹੁਣ ਤਾਂ ਕਿਸੇ ਨੂੰ ਇੱਕ ਦੂਜੇ ਨੂੰ ਫਤਿਹ ਬੁਲਾਉਣ ਨੂੰ ਤਿਆਰ ਨਹੀਂ, ਇੱਕ ਦੂਜੇ ਦਾ ਕੋਈ ਕਿਹਾ ਮੰਨਣ ਨੂੰ ਤਿਆਰ ਨਹੀਂ। ਕਈ ਇਤਨਾ ਹੈ ਆ, ਮੈਂ ਅਨੁਸਾਰ ਕਿਹਾ ਸੀ ਨਾ ਸੀਸ ਢੱਕ ਕੇ ਰੱਖਿਓ, ਪਰ ਅਜੇ ਵੀ ਇੱਕ ਦੋ ਉਵੇਂ ਹੀ ਫਿਰਦੇ ਆ। ਲੈ ਐਡੀ ਆਕੜ ਤੁਹਾਡੇ 'ਚ ਭਾਈ, ਕਿਹਨੂੰ ਦਿਖਾਉਂਦੇ ਹੋ? ਗੁਰੂ ਗ੍ਰੰਥ ਸਾਹਿਬ ਨੂੰ ਦਿਖਾਉਂਦੇ ਹੋ, ਪਰ ਆਕੜ ਹੋਰ ਤਾਂ ਨਹੀਂ ਕਿਸੇ ਨੂੰ ਦਿਖਾਉਂਦੇ। ਤੇ ਇਹ ਜਿਹੜੇ ਬਾਤ ਹੈ ਵੀ ਜੇ ਤਾਂ ਮੈਂ ਕੋਈ ਆਪਦੇ ਸਤਿਕਾਰ ਵਿੱਚ ਕਹਿੰਦਾ ਹੋਵਾਂ ਵੀ ਮੇਰਾ ਸਤਿਕਾਰ ਹੈ, ਸਿਰ ਢੱਕ ਕੇ ਰੱਖੋ, ਫਿਰ ਤਾਂ ਨਾ ਢੱਕੋ ਵੀ ਅਸੀਂ ਤੇਰਾ ਨਹੀਂ ਕਰਨਾ। ਮੈਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਉਹ ਕਹਿਣਗੇ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ। ਮੰਨਦਾ ਤੂੰ ਕੀ ਹੈ ਬਈ? ਆ ਮੇਰੇ ਸਾਹਮਣੇ ਇੱਕ ਦੋ ਮੈਂ ਫਿਰਦੇ ਆ। ਤੇ ਹੁਣ ਪਹਿਲਾਂ ਵੀ ਮੈਂ ਬੇਨਤੀ ਕੀਤੀ ਸੀ ਵੀ ਮੇਰੇ ਤੁਸੀਂ ਸਿੰਘ ਵਸਾਉਣ ਨੂੰ ਕਹਿੰਦੇ ਵੀ ਤੂੰ ਵਸਾ ਲਾ, ਜਿਹਦੇ ਨਾਲ ਵਸਾਉਣੇ, ਅਸੀਂ ਤਾਂ ਗੁਰਮੁਖ ਬਣ ਕੇ ਬੈਠੇ ਆ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੋ ਜੀ। ਉਹ ਇਸ ਤਰ੍ਹਾਂ ਭਾਈ ਗੁਰਸਿੱਖਾਂ ਦੀ ਸੇਵਾ ਦਾ ਫਲ ਹੈ। ਫਿਰ ਮਹਾਰਾਜ ਨੇ ਲੋਕ ਸੇਵਾ ਦਾ ਵੀ ਜ਼ਿਕਰ ਕੀਤਾ। ਲੋਕ ਭਲਾਈ ਦੇ ਪਰਉਪਕਾਰ ਦੇ ਕਾਰਜ ਕਰਨੇ ਗੁਰੂ ਸਾਹਿਬਾਨਾਂ ਨੇ ਵੀ ਕੀਤੇ। ਲੰਗਰ ਪ੍ਰਥਾ ਸਭ ਤੋਂ ਵੱਡੀ ਲੋਕ ਸੇਵਾ ਹੈ। ਕਿੰਨੇ ਭੁੱਖੇ ਲੰਗਰਾਂ ਵਿੱਚ ਛਕ ਲੈਂਦੇ ਆ। ਫਿਰ ਮਹਾਰਾਜ ਨੇ ਖੂਹ ਲਵਾਏ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕੋਲ ਜਾਂਦਾ ਛੇਹਰਟਾ ਸਾਹਿਬ, ਉਹ ਨਗਰ ਦਾ ਨਾਂ ਛੇਹਰਟਾ ਪੈ ਗਿਆ। ਤੇ ਅਸਲ ਵਿੱਚ ਉਹ ਖੂਹ ਸੀ ਨਾ 6 ਹਰਟਾਂ ਵਾਲਾ। ਅੱਜ ਵੀ ਉਹਦੇ ਵਿੱਚ ਉਹਨੇ ਹਰਟ ਹੈਗੇ ਆ, ਜੇ ਦਰਸ਼ਨ ਕਰੋ ਜਾ ਕੇ। ਭਾਵ ਖੂਹ ਇੱਕ ਜਿਹਦੇ ਵਿੱਚ 6 ਹਰਟ ਚਲਾਏ। ਉਹ ਸਮਾਂ ਸੀ ਜਦੋਂ ਖੂਹ ਲਵਾਉਣਾ ਕੋਈ ਮਾੜੀ ਮੋਟੀ ਗੱਲ ਨਹੀਂ ਸੀ, ਹਰੇਕ ਨਹੀਂ ਸੀ ਲਵਾ ਸਕਦਾ। ਬੌਲੀਆਂ ਲਵਾਉਣੀਆਂ, ਮਹਾਰਾਜ ਨੇ ਖੂਹ ਲਵਾਉਣੇ। ਫਿਰ ਬਰਸਾਤੀ ਨਾਲੇ ਉਹਨਾਂ ਤੇ ਪੁਲ ਬਣਾ ਕੇ ਦੇਣੇ, ਤਲਾਅ ਲਵਾਉਣੇ।
ਹੋਰ ਲੋਕ ਭਲਾਈ ਦੇ ਕਾਰਜ ਜਿਹਦੀ ਬਾਬਤ ਮਹਾਰਾਜ ਜੀ ਕਹਿੰਦੇ ਭਾਈ ਜੇ ਕੋਈ ਕਰ ਲਵੇ ਐਸੀ ਸੇਵਾ ਤਾਂ ਇਉਂ ਬਚਨ ਕਹੇ ਹਨ। ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ। ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ। ਵਿੱਚ ਦੁਨੀਆ ਸੇਵ ਕਮਾਈ। ਸੰਸਾਰ ਵਿੱਚ ਸੇਵਾ ਕਰਾਂਗੇ ਤਾਂ ਵਾਹਿਗੁਰੂ ਦੀ ਖੁਸ਼ੀ ਮਿਲਦੀ ਹੈ, ਪਰਮੇਸ਼ਰ ਦੀ ਦਰਗਾਹ ਦੀ ਪ੍ਰਾਪਤੀ ਹੁੰਦੀ ਹੈ। ਫਿਰ ਗੁਰਮੁਖੋ ਹੈ ਗੁਰ ਸੰਗਤ ਦੀ ਸੇਵਾ। ਉਹ ਆਪਾਂ ਜਿਵੇਂ ਕਰਦੇ ਆ, ਲੰਗਰ ਬਣਾਉਣਾ, ਵਰਤਾਉਣਾ, ਭਾਂਡੇ ਮਾਂਜਣੇ, ਪ੍ਰਸ਼ਾਦ ਬਣਾਉਣਾ, ਵਰਤਾਉਣਾ, ਇਸ ਤਰ੍ਹਾਂ ਗੁਰਸਿੱਖਾਂ ਦੇ ਪ੍ਰਸੰਗ ਮਿਲਦੇ ਆ ਜਿਨ੍ਹਾਂ ਜਿਨ੍ਹਾਂ ਸੇਵਾਵਾਂ ਕੀਤੀਆਂ ਬੇਅੰਤ, ਇਹ ਸੇਵਾ ਕਰਕੇ ਸੰਸਾਰ ਤੋਂ ਤਰ ਗਏ। ਇੱਕ ਸੇਵਾ ਹੈ। ਹੁਣ ਦੇਖੋ, ਚਾਹੇ ਇਸ ਪਰਿਵਾਰ ਦੇ ਵਿਆਹ ਦਾ ਕਾਰਜ ਹੈ, ਪਰ ਜਦੋਂ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ, ਜਿਹੜੇ ਵਰਤਾ ਰਹੇ ਬਣਾ ਰਹੇ ਹੈ, ਜੇ ਉਹਨਾਂ ਦੇ ਅੰਦਰ ਭਾਵਨਾ ਹੋਊਗੀ ਤਾਂ ਉਹ ਸੇਵਾ ਦਾ ਲਾਭ ਪ੍ਰਾਪਤ ਕਰ ਸਕਦੇ। ਜੋ ਜੋ ਵੀ ਕਰੇਗਾ, ਫਿਰ ਮਹਾਰਾਜ ਨੇ ਇਸ ਸੇਵਾ ਦੀ ਬਾਬਤ ਵੀ, ਇਹ ਵੀ ਪਰਉਪਕਾਰ ਦੀ ਭਾਵਨਾ ਵਿੱਚ ਆ ਜਾਂਦਾ ਹੈ। ਇੱਕ ਹੈ ਕਾਰ ਸੇਵਾ। ਕਾਰ ਸੇਵਾ ਦੇ ਵਿੱਚ ਜਿਵੇਂ ਕੋਈ ਗੁਰੂ ਘਰ ਦੀਆਂ ਇਮਾਰਤਾਂ ਬਣਨੀਆਂ, ਸੇਵਾ ਕਰਦੇ ਆ। ਗੁਰੂ ਮਹਾਰਾਜ ਦੇ ਦਰਬਾਰ ਸਾਹਿਬ, ਗੁਰੂ ਕੇ ਦਰਬਾਰ ਤੇ ਰਹਿائش ਦੀ, ਹੋਰ ਇਤਿਆਦਿ ਕਿਤਨੀਆਂ ਸੇਵਾ ਨੇ। ਇੱਕ 10ਵੇਂ ਪਾਤਸ਼ਾਹ ਨੇ ਖਾਲਸੇ ਦੀ ਸੇਵਾ ਦਾ ਵੀ ਜ਼ਿਕਰ ਕੀਤਾ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹੈ, ਸੇਵ ਕਰੀ ਕੀ ਭਾਵਤ ਔਰ ਆਨ ਕੀ ਸੇਵ ਸੁਹਾਤ ਨਾ ਜੀ ਕੋ। दान दियो इन्हीं को भलो और आन को दान न लागत नीको। मेरे खालसे दी सेवा भली है। महाराज कहते खालसे नूं छड्ड के कोई होर सेवा करदा ना। अज साडी कौम च संस्थावां बहुत है, पर साडे च ना होरां दे विच जाके नंबर बनाउण दी होड़ लगी हुई है। चाहे कोई देखो दान पुण्य लंगर पानी आदि गुरसिखा की गल, तो जे कोई गुरसिख है मेरा धारी है, उन्होंने कोई लोड़ है उत्थे तो हथ पिछे नूं ते होरां जाके नंबर बहुत बनाउंदे आ बड़े, क्योंकि कहने भी फिर इस करके जय जयकार तो फिर ही होगी। रहो विचार महाराज जी के बचन कलगीधर जी दे कि सेवा कर मेरे खालसे दी। खालसे नूं छड्ड के जे तू होर जगह तुरिया फिरदा सेवा करदा, मैंने मन नूं भाउंदी नहीं, मैनूं चंगी नहीं लगदी। महाराज 10वें पातशाह दे बचन है। दान दियो इन्हीं को भलो, मेरे खालसे नूं दान दिता भला है और आन को दान ना लागत जी। महाराज कहंदे होर मैनूं दान नीको भाव चंगा नहीं लगता है। आगे दियो इन्हीं को भलो, जग में और दियो सब फीको। इन्हां नूं दिता अगे भाई, आगे दियो इन्हीं को फलै, फलदा है। जग में और दियो सब फीको। जे खालसे नूं छड्ड के होर जगह ते तां तूं दे रहे हैं, पर फिक्का है। इस तरह ये आपां 9 तरह की वक्री वक्री सेवा का जिहड़ा विचार कीती,
ਗੁਰੂ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਜੇ ਸਤਿਗੁਰ ਸੇਵੇ ਆਪਣਾ ਤਿਸ ਨੂੰ ਪੂਜੇ ਸਭ ਕੋਏ। ਜਿਹੜਾ ਭਾਈ ਆਪਣੇ ਗੁਰੂ ਦੀ ਸੇਵਾ ਕਰਦਾ ਹੈ ਉਹਨੂੰ ਸਾਰੇ ਪੂਜਦੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਹੈ, ਜਿਨੀ ਗੁਰਮੁਖ ਨਾਮ ਧਿਆਇਆ ਤਿਨਾ ਫਿਰ ਬਿਘਨ ਨਾ ਹੋਈ RAM ਰਾਜੇ। ਜਿਨੇ ਸਤਿਗੁਰ ਪੁਰਖ ਮਨਾਇਆ ਤੈਨ ਪੂਜੇ ਸਭ ਕੋਈ। ਜਿਨੀ ਸਤਿਗੁਰ ਪਿਆਰਾ ਸੇਵਿਆ ਤਿਨਾ ਸੁਖ ਸਦ ਹੋਈ। ਜਿਨਾ ਨਾਨਕ ਸਤਿਗੁਰ ਭੇਟਿਆ ਤਿਨਾ ਮਿਲਿਆ ਹਰ ਸੋਈ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਵੀ ਐਸੇ ਬਚਨ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਘਰ ਦੇ ਮਹਾਨ ਵੇਦ ਵਿਆਸ, ਉਹ ਕੀ ਕਹਿੰਦੇ ਨੇ, ਚਰਨ ਸ਼ਰਨ ਗੁਰੂ ਮਹਾਰਾਜ ਦੀ ਕੋਈ ਚੱਲ ਕਰਕੇ ਆਉਂਦਾ ਹੈ। ਜਿਵੇਂ ਬਾਣੀ ਵਿੱਚ ਬਚਨ ਹੈ, ਪਾਵ ਸੁਹਾਵੇ ਜਾਂ ਤੋ ਧਿਰ ਜੁਲ ਦੇ ਸੀਸ ਸੁਹਾਵਾ ਚਰਣੀ। ਮੁਖ ਸੁਹਾਵਾ ਜਾਂ ਤੋ ਜਸ ਗਾਵੇ ਜਿਉ ਪਿਆ ਤੋ ਸਰਣੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਵਿਤ ਉਚਾਰਨ ਕਰਦੇ ਆ, ਸਤਿਗੁਰ ਚਰਨ ਸਰਨ ਚੱਲ ਜਾਏ ਸਿੱਖ। ਜਿਹੜਾ ਕੋਈ ਸਿੱਖ ਗੁਰੂ ਮਹਾਰਾਜ ਦੀ ਚਰਨ ਸ਼ਰਨ ਵਿੱਚ ਚੱਲ ਕੇ ਜਾਂਦਾ ਹੈ, ਕਿਤਨਾ ਵੱਡਾ ਮਹਾਨ ਰੁਤਬਾ ਮਿਲਦਾ ਹੈ। ਤਾਂ ਚਰਨ ਸ਼ਰਨ ਜਗਤ ਚੱਲ ਆਵੇ। ਕਹਿੰਦੇ ਐਸੇ ਪ੍ਰਾਣੀ ਐਸੇ ਗੁਰਸਿੱਖ ਦੇ ਚਰਨ ਸ਼ਰਨ ਵਿੱਚ ਜਗਤ ਚੱਲ ਕੇ ਆ ਜਾਂਦਾ ਹੈ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ। ਆਗਿਆ ਤਾਹੇ ਸਕਲ ਸੰਸਾਰ ਹਿਤਾਵਈ। ਗੁਰੂ ਦਾ ਬਚਨ ਮੰਨ ਕੇ ਤਾਂ ਵੇਖੀਏ। ਜਿੱਦੇ ਅਸੀਂ ਮਹਾਰਾਜ ਦਾ ਬਚਨ ਮੰਨ ਲਿਆ, ਆਪਾਂ ਕਹਿੰਦੇ ਮੇਰੀ ਦੁਨੀਆ ਦੇ ਲੋਕ ਗੱਲ ਮੰਨਣ। ਮੈਂ ਵੀ ਚਾਹੁੰਦੇ ਤੁਸੀਂ ਵੀ, ਸਾਰੇ ਚਾਹੁੰਦੇ ਆਪਾਂ ਮੇਰੀ ਮੰਨਣੀ ਚਾਹੀਦੀ ਹੈ। ਗੁਰੂ ਮਹਾਰਾਜ ਦੀ ਬਾਣੀ ਦੇ ਸੰਦਰਭ ਵਿੱਚ ਭਾਈ ਗੁਰਦਾਸ ਜੀ ਕਹਿੰਦੇ, ਜੇ ਤੂੰ ਇਹ ਕੁਝ ਕਰਾਉਣਾ ਚਾਹੁੰਦਾ ਤਿਉਂ ਕਰ। ਫਿਰ ਗੁਰੂ ਦੇ ਬਚਨ ਨੂੰ ਸੱਤ ਕਰਕੇ ਖੁਦ ਮੰਨ ਲੈ। ਜਿਸ ਦਿਨ ਤੂੰ ਸੱਤ ਕਰਕੇ ਮੰਨ ਲਵੇਂਗਾ, ਜਗਤ ਵੀ ਸਾਰਾ ਤੇਰੀ ਗੱਲ ਨੂੰ ਮੰਨ ਲਵੇਗਾ। ਸਤਿਗੁਰ ਸੇਵਾ ਭਾਏ ਪ੍ਰਾਨ ਪੂਜਾ ਕਰੈ ਸਿੱਖ। ਭਾਵਨਾ ਤਹਿਤ ਪੂਰੀ ਪ੍ਰੇਮ ਤੇ ਭਾਵਨਾ ਰੱਖ ਕੇ ਪ੍ਰਾਣ ਵੀ ਗੁਰੂ ਨੂੰ ਅਰਪਣ ਕਰਕੇ ਸੇਵਾ ਕਰਦਾ ਹੈ। ਸਰਬ ਨਿਧਾਨ ਅਗਰ ਭਾਗ ਲਿਵ ਲਾਵੇ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ। ਤਾਹੀ ਸੀਖ ਸੁਨਤ ਪਰਮ ਪਦ ਪਾਵੇ। ਜਿਹਦੇ ਹਿਰਦੇ ਵਿੱਚ ਗੁਰੂ ਦੀ ਸਿੱਖਿਆ ਵਸ ਗਈ, ਉਹਦੀ ਅੱਗੇ ਸਿੱਖਿਆ ਸੁਣ ਕੇ ਕੋਈ ਹੋਰ ਪ੍ਰਾਣੀ ਉਹ ਸੰਸਾਰ ਦੇ ਲੋਕ ਪਰਮ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਆ। ਇਸ ਕਰਕੇ ਮਹਾਰਾਜ ਨੇ ਕੀ ਬਚਨ ਕਹੇ, ਫਿਰ ਪੜ੍ਹੀਏ। ਜਿਹੜੇ ਭਾਈ ਸੇਵਾ ਕਰਦੇ ਹਨ, ਜਿਨ੍ਹਾਂ ਨੇ ਗੁਰੂ ਨੂੰ ਮਨਾਇਆ ਹੈ, ਜਿਨ੍ਹਾਂ ਨੇ ਸਤਿਗੁਰ ਪੁਰਖ ਮਨਾਇਆ, ਤਿਨਾਂ ਨੂੰ ਹਰ ਕੋਈ ਸਤਿਗੁਰ ਮਨਾਇਆ ਹਰ ਕੋਈ ਜਿਦਾ।
अंगद देव जी महाराज दूसरे पातशाह, जो कि सतगुरु महाराज जदों श्री गुरु नानक देव पातशाह की चरण शरण विच आए, गुरु साहब के पिता बाबा फेरू मल जी वो जदों चलाना कर गए ना, उस समय गुरु अंगद देव पातशाह जी की शरीरक आजू 22 साल की सी। बाबा फेरू मल जी हर साल वैष्णो देवी यात्रा ते अपना जथा लेके जाते होंगे सी। उन्होंने काल चलाने तो बाद ये जिहड़ी जिम्मेवारी ये भाई लहणा जी ते आ पई। करतारपुर साहब, रावी का कंढा ते खडूर साहब तो जदों कोई पैदल जाता है तो ये रस्ते च पैंदा सी। महाराज इत्थे खडूर साहब किवें आए वखरा विषय। गुरु अंगद देव जी का जन्म स्थान है सराय नागा। जदों आपां मुक्तसर साहब नूं जांदे आ, रस्ते विच हरीके पिंड पैंदा, हरीकिਆਂ ਦੇ नाल ही अगे सराय नागा। मत्ते दी सरां इतिहास विच इहदा नाम सी पहला मत्ते दी सरां। ये नगर उजड़ गया सी। इस तरह दस्सिया भी एक नांगा साधु सी कोई, उन्हें फिर नगर वसाया। ते कईयां ने यह कहा भी इत्थे जिहड़े नाग ने नग दी व्यापार हुंदा सी, पर ऐसा कोई इस खित्ते विच जिक्र नहीं मिलता कि इत्थे कोई नगां दे व्यापार करने वाले व्यापारी रहिंदे होण। ज़्यादातर यही है नांगा साधु सी। भाव समझना है, नंगन दी अवस्था का जिक्र है। देखो गुरबाणी विच ये भी जिक्र आ गया, नगन फिरत जो पाई है जोग, बनका मिर्ग मुक्त सब होग, क्या नांगे क्या बाधे चाम, जब नहीं चीनस आत्म राम। भी जे महाराज कहते नंगे रहन नाल रब मिलता होवे तां जंगलों च जानवर वो किहड़ा वस्त्र पाउंदे है, वो तो पाउंदे ही नहीं, पर उन्होंने मिल जाए। भगत कबीर जी का वचन है। भाव की है, जिन्हों ने भेख बना लिया, ਜਿਹੜੇ ਕਹਿੰਦੇ ਨੇ ਕਿ ਅਸੀਂ ਨਗਨ ਰਹਿੰਦੇ ਇਸ ਕਰਕੇ ਉੱਤਮ ਆ ਦੂਜੇ ਨਾਲ, ਇਸ ਗੱਲ ਦਾ ਕੋਈ ਦਾਅਵਾ ਕਰਦੇ, ਇਸ ਗੱਲ ਦਾ ਕੋਈ ਮਾਣ ਕਰਦੇ ਨੇ ਤਾਂ ਮਹਾਰਾਜ ਨੇ ਖੰਡਨ ਕਰਤਾ। ਦੂਜੇ ਪਾਸੇ ਜੇ ਉਸ ਰੱਬ ਦੇ ਰੰਗ ਵਿੱਚ ਹੀ ਹੈ, ਮਾਣ ਕੋਈ ਨਹੀਂ, ਤਾਂ ਬਚਨ ਕੀ ਹੈ, ਨਗਨ ਫਿਰਤ ਰੰਗ ਏਕ ਕਹਿ ਉਹ ਸੋਭਾ ਪਾਵੇ। ਜੇ ਇੱਕ ਦੇ ਰੰਗ ਵਿੱਚ ਰੰਗਿਆ ਹੋਇਆ ਨਗਨ ਵੀ ਫਿਰਦਾ ਸਰਮਦ ਫਕੀਰ ਵਰਗੇ, ਤਾਂ ਉਹ ਸੋਭਾ ਹੀ ਪਾਉਂਦੇ ਨੇ। ਮਹਾਰਾਜ ਕਹਿੰਦੇ ਮਾਣ ਪਾਉਂਦੇ ਆ। ਉਹ ਇਹ ਨਾਗੇ ਸਾਧੂ ਨੇ ਵਸਾਇਆ ਨਗਰ, ਇਸ ਕਰਕੇ ਫਿਰ ਇਹਦਾ ਨਾਂ ਸਰਾਏ ਨਾਗਾ, ਨਾਗੇ ਦੀ ਸਰਾਂ, ਤੇ ਸਰਾਏ ਨਾਗਾ ਨਾਮ ਪੈ ਗਿਆ। ਪਹਿਲਾਂ ਮੱਤੇ ਦੀ ਸਰਾਂ ਸੀ। ਭਾਈ ਲਹਿਣਾ ਜੀ ਹਰ ਸਾਲ ਜ਼ਿੰਮੇਵਾਰੀ ਤਾਂ ਨਿਭਾਉਂਦੇ ਆ ਜਿਹੜੀ ਪਿਤਾ ਨੇ ਦਿੱਤੀ ਹੈ, ਪਰ ਮਨ ਨੂੰ ਸ਼ਾਂਤੀ ਨਹੀਂ ਸੀ। अंदर एक बेचैनी है। वो बेचैनी किहदे है? जिहदे अंदर वाहिगुरू नूं मिलण दी तड़प है। कोई अंदर तड़प सी कि कदों मैं प्यारे परमेश्वर नूं मिलां। हुण जा रहे आ धर्म दे काम आ, इसे करके करदे आ, वाहिगुरू दी खुशी होवे, उहदा मिलाप होवे। ये अंदर एक तड़प है जिहड़ी कदे शांति नहीं आउण दिंदी, मन नूं चैन नहीं आउण दिंदी। अरदासां भी करनियां। गुरु अर्जन देव जी पातशाह का वचन करते हैं कि कोई रब का प्यारा मैनू जोड़न वाला मिल जे ना रब नाल, ये साडे वास्ते सिक्ख्या, वो तो आप निरंकार है, सिक्ख्या सानू है। कोई जन हर स्यों देवै जोर, चरण गहो बको शुभ रसना, दीजै प्राण अकोर। ऐसी मन विच भावना है। हर स्यों देवै जोर, कोई जन देवे कोई जन, हर स्यों देवै जोर, कोई जन देवे कोई जन देवे, हर स्यों
ਖਡੂਰ ਸਾਹਿਬ ਦੇ ਵਿੱਚ ਹੀ ਦੁਕਾਨਦਾਰੀ ਦਾ ਕੰਮ ਕਰਨਾ, ਧਾਰਮਿਕ ਰੁਚੀਆਂ ਨੇ, ਨਾਲ ਦੀ ਨਾਲ ਕਿਰਤ ਹੈ। ਇੱਥੇ ਇੱਕ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ ਸਿੱਖ ਜਿਹਦਾ ਨਾਮ ਭਾਈ ਭਾਣਾ ਜੀ ਲਿਖਿਆ ਹੈ, ਉਹ 2 ਕਾਨੇ ਦਾ ਰਾਸ਼ਨ ਲੈਣ ਚਲਿਆ ਗਿਆ। ਰੋਜ਼ ਦਾ ਕੰਮ ਕਰਨਾ, ਰੋਜ਼ ਦਾ ਰੋਜ਼ ਉਹਨੇ ਲਿਆ ਕੇ ਰਾਸ਼ਨ ਲਿਆ ਕੇ ਘਰ ਦਾ ਛਕਣਾ। ਤੇ ਭਾਈ ਲਹਿਣਾ ਜੀ ਨੇ ਮਨ ਵਿੱਚ ਵੇਖਿਆ ਕਿ ਕੱਲ ਵਾਰਸ ਹੁੰਦੀ ਰਹੀ ਹੈ, ਇਹ ਜਾ ਨਹੀਂ ਸਕਿਆ, ਇਹ ਰੋਜ਼ ਮੇਰੇ ਕੋਲੋਂ ਰਾਸ਼ਨ ਲੈ ਕੇ ਜਾਂਦਾ, ਇਹਦਾ ਮਤਲਬ ਕੱਲ ਇਹਦਾ ਪਰਿਵਾਰ ਭੁੱਖਾ ਰਿਹਾ ਹੋਊਗਾ। ਮਨ ਵਿੱਚ ਭਾਵਨਾ ਜਾਗ ਪਈ, ਕਿਉਂਕਿ ਧਾਰਮਿਕ ਰੁਚੀ ਹੈ, ਤਰਸ ਭਾਵਨਾ ਜਾਗ ਪੈਂਦੀ ਹੈ। 2 ਆਨੇ ਦੇ ਰਾਸ਼ਨ ਤੋਂ ਥੋੜਾ ਜਿਹਾ ਵੱਧ ਪਾਤਾ ਵੀ ਚਲੋ ਅੱਜ ਇਹਦੇ ਪਰਿਵਾਰ ਨੂੰ ਭੁੱਖ ਜ਼ਿਆਦਾ ਹੋਊਗੀ, ਥੋੜਾ ਵੱਧ ਪਾ ਦਿੰਨੇ ਆ। ਜਿਹੜਾ ਭਾਈ ਭਾਣਾ ਸੀ, ਜਦੋਂ ਨੇ ਪੁੱਛਿਆ ਵੀ ਭਾਈ ਲਹਿਣਾ ਜੀ ਇਹ ਵੱਧ ਕਿਉਂ ਪਾਇਆ, ਮੈਂ ਤਾਂ ਉਨੀ ਹੀ ਮਾਇਆ ਦਿੱਤੀ ਹੈ ਜਿੰਨੀ ਅੱਗੇ ਦਿੰਦਾ ਹੈ। ਕਹਿਣ ਲੱਗੇ ਇਹ ਭਾਈ ਭਾਣਿਆ ਤੂੰ ਗੁਰੂ का ਸਿੱਖ ਹੈ, ਧਰਮੀ ਹੈ। ਉਸ ਸਮੇਂ ਇਤਨਾ ਨਹੀਂ ਸੀ ਪਤਾ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਇਹ ਸਿੱਖ ਹੈ। ਇੰਨਾ ਕੁ ਭਾਵਨਾ ਕਿ ਹੈ ਧਰਮੀ ਜੀਵਨ ਵਾਲਾ, ਕਿਰਤ ਕਰਦਾ ਹੈ। ਤੇ ਕੱਲ ਵਾਰਸ ਹੁੰਦੀ ਰਹੀ, ਮੈਂ ਇਹ ਸਮਝਿਆ ਤੂੰ ਕੱਲ ਦਿਹਾੜੀ ਵਗੈਰਾ ਨਹੀਂ ਜਾ ਸਕਿਆ, ਤੇਰਾ ਪਰਿਵਾਰ ਭੁੱਖਾ ਹੋਊ। ਅੱਜ ਮੇਰੇ ਮਨ 'ਚ ਭਾਵਨਾ ਹੋਈ ਕਿ ਮੈਂ ਥੋੜਾ ਜਿਹਾ ਵੱਧ ਪਾ ਦੇ। ਸਬਰ ਕਿੱਡਾ ਹੈ। ਭਾਈ ਭਾਣਾ ਜੀ ਕਹਿਣ ਲੱਗੇ ਭਾਈ ਲਹਿਣਾ ਜੀ ਇਹ ਗੱਲ ਮੇਰੇ ਗੁਰੂ ਨਾਨਕ ਦੇਵ ਮਹਾਰਾਜ ਦਾ ਹੁਕਮ ਨਹੀਂ ਹੈ ਸਰ। ਭਾਈ ਲਹਿਣਾ ਜੀ ਹੈ ਐਸੇ ਨੇ ਤੇਰੇ ਗੁਰੂ ਨਾਨਕ ਦੇਵ ਪਾਤਸ਼ਾਹ। ਸ਼ਰਧਾ ਜਾਗੀ, ਸ਼ਰਧਾ ਅੰਦਰ। ਫਿਰ ਭਾਈ ਜੋਧ ਕੋਲੋਂ ਇੱਕ ਦਿਨ ਬਾਣੀ ਸੁਣੀ, ਰਾਤ ਨੂੰ ਸਾਰੀ ਰਾਤ ਜਗਰਾਤਾ ਕੀਤਾ, ਨੱਚਦੇ ਹੁੰਦੇ ਸੀ। ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਇੱਕ ਢਾਬ ਤੇ ਨਹਾਉਣ ਚਲੇ ਗਏ। ਉੱਥੇ ਭਾਈ ਜੋਧ ਵੀ ਇਸ਼ਨਾਨ ਕਰਨ ਗਿਆ ਹੋਇਆ ਹੈ, ਜਿਹਦੇ ਕੋਲੋਂ ਬਾਣੀ ਸੁਣੀ ਹੈ, ਜਿਤ ਸੇਵਿਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਜਿਹਦੇ ਕੋਲੋਂ ਸਾਰੇ ਸੁੱਖ ਲੈਨੇ ਆ, ਉਸ ਦਾਤੇ ਦੀ ਵੀ ਸੰਭਾਲ ਕਰੀਏ। ਆਓ ਆਪਾਂ 5-4 ਮਿੰਟ ਵਿੱਚ 5-7 ਮਿੰਟ ਵਿੱਚ ਸਮਾਪਤੀ ਕਰ। ਕਿ ਜਿਹੜਾ ਦਾਤਾ ਗੁਰ ਆਪਾਂ ਨੂੰ ਇੰਨੀਆਂ ਦਾਤਾਂ ਦਿੰਦਾ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਉਹਦੇ ਕੋਲੋਂ ਮੰਗਦੇ ਆਂ, ਤੇ ਉਹਨੇ ਬਹੁਤ ਕੁਝ ਸਾਨੂੰ ਦਿੱਤਾ। ਕਿੰਨਾ ਕੁ ਦਿੱਤਾ, ਦੇਂਦਾ ਦੇ ਲੈਂਦੇ ਥੱਕ ਪਾਏ। ਅਸੀਂ ਲੈ ਲੈ ਕੇ ਥੱਕ ਗਏ। ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ। ਉਸ ਦਾਤੇ ਨੂੰ ਹਮੇਸ਼ਾ ਯਾਦ ਰੱਖਿਆ ਕਰ। ਉਹ ਮਾਲਕ ਇਤਨਾ ਵੱਡਾ, ਉਹਨੂੰ ਭੁਲਾਇਆ ਨਾ ਕਰ। ਵੱਡਾ ਦਾਤਾ ਉਹਨੂੰ ਮਨੋ ਕਿਉਂ ਵਿਸਾਰਦੇ, ਵੱਡਾ ਦਾਤਾ ਉਹਨੂੰ ਮਨੋ ਕਿਉਂ ਵਿਸਾਰਦੇ। ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ
ਇਸ ਤਰ੍ਹਾਂ ਜਦੋਂ ਮਹਿਮਾ ਸੁਣੀ ਭਾਈ ਲਹਿਣੇ ਜੀ ਦੇ ਰੂਪ ਵਿੱਚ, ਭਾਈ ਜੋਧ ਤੋਂ ਬਾਣੀ ਸੁਣੀ, ਮਨ ਵਿੱਚ ਭਾਵਨਾ ਹੋਈ, ਪੁੱਛਿਆ ਮੈਂ ਇਸੇ ਸਤਿਗੁਰਾਂ ਦੇ ਦਰਸ਼ਨ ਕਰਨੇ ਆ। ਦੱਸਤਾ ਕਿ ਉਹ ਕਰਤਾਰਪੁਰ ਨਗਰ ਰਹਿੰਦੇ ਆ। ਤਾਂ ਭਾਈ ਲਹਿਣਾ ਜੀ ਘੋੜੀ ਤੇ ਸਵਾਰ ਹੋ ਕੇ, ਕਿਉਂਕਿ ਜਥੇ ਦੇ ਮੁਖੀ ਹੁੰਦੇ ਸੀ, ਜਥਾ ਲੈ ਕੇ ਜਾਂਦੇ, ਨਾਲ ਦੇ ਸਾਥੀਆਂ ਨੂੰ ਕਿਹਾ ਕਿ ਆਪਾਂ ਇੱਥੇ ਗੁਰੂ ਨਾਨਕ ਦੇ ਮਹਾਰਾਜ ਰਹਿੰਦੇ ਆ, ਉਹਨਾਂ ਦੇ ਦਰਸ਼ਨ ਕਰਕੇ ਚੱਲਣਾ। ਉਹ ਨਾਲ ਦੇ ਕਹਿੰਦੇ ਵੀ ਨਹੀਂ, ਆਪਾਂ ਤਾਂ ਜਿੱਥੇ ਜਾਣਾ ਸਿੱਧੇ ਜਾਣਾ, ਐਵੇਂ ਤੂੰ ਹੋਰ ਪਾਸੇ ਤੁਰ ਪਿਆ, ਤੂੰ ਜਾਣਾ ਜਾ ਵੜਾ। ਭਾਈ ਲਹਿਣਾ ਜੀ ਉਸੇ ਤਰ੍ਹਾਂ ਘੋੜੀ ਤੇ ਸਵਾਰ ਆ ਰਹੇ ਹੈ। ਸੋਚਦੇ ਨੇ ਕੀ ਤੋਂ ਰਸਤਾ ਪੁੱਛੀਏ। ਅੱਗੇ ਖੇਤਾਂ ਦੇ ਵਿੱਚ ਕੁਝ ਗੁਰੂ ਕੇ ਪਿਆਰੇ ਕੰਮ ਕਰਦੇ ਨੇ। ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸਾਰਾ ਕਾਰਜ ਕਰਵਾ ਰਹੇ ਆ ਬੈਠੇ ਖੇਤੀਬਾੜੀ ਦਾ। ਇਹ ਜਾਣ ਕੇ ਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਆ ਗਏ ਕਿ ਕੋਈ ਸਿਆਣਾ ਬਜ਼ੁਰਗ ਬੈਠਾ ਹੈ। ਪੁੱਛਿਆ ਕਿ ਹੇ ਬਜ਼ੁਰਗੋ, ਮੈਂ ਇੱਥੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੀ ਧਰਮਸਾਲ ਹੈ, ਉੱਥੇ ਜਾਣਾ ਹੈ। ਮਹਾਰਾਜ ਗੁਰੂ ਨਾਨਕ ਦੇ ਪਾਤਸ਼ਾਹ ਆਪ ਨਾਰਾਇਣ ਕਲਾਤਾਰ, ਜਗ ਮੈਂ ਪਰਵਰਿਓ, ਸਭ ਕੁਝ ਜਾਣਦੇ ਹੋਏ ਉੱਠ ਕੇ ਖੜੇ ਹੋਏ। ਆ ਜਾ ਭਾਈ, ਤੈਨੂੰ ਲੈ ਚੱਲਦੇ ਆ, ਮੈਂ ਵੀ ਉੱਥੇ ਜਾਣਾ, ਆ ਜਾ ਤੈਨੂੰ ਮੈਂ ਲੈ ਚੱਲਦਾ। ਘੋੜੀ ਦੀ ਲਗਾਮ ਫੜ ਲਈ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ। ਅੱਗੇ ਅੱਗੇ ਤੁਰੇ ਆਉਂਦੇ ਆ। ਭਾਈ ਲਹਿਣਾ ਜੀ ਘੋੜੀ ਤੇ ਸਵਾਰ ਹੈ। ਧਰਮਸਾਲ ਵਿੱਚ ਲਿਆ ਕੇ ਇਸ਼ਾਰਾ ਕਰਤਾ ਕਿ ਭਾਈ ਉਸ ਜਗ੍ਹਾ ਤੇ ਘੋੜੀ ਬੰਨ੍ਹ ਦੇ, ਇੱਧਰ ਧਰਮਸਾਲ ਦੇ ਵਿੱਚ ਗੁਰੂ ਮਹਾਰਾਜ ਬੈਠੇ ਆ, ਦਰਸ਼ਨ ਕਰ ਲੈ। ਘੋੜੀ ਬੰਨ੍ਹ ਕੇ ਜਦੋਂ ਆਇਆ, ਕੀ ਵੇਖਿਆ, ਇਹ ਤੇ ਉਹੀ ਨੇ ਜਿਹੜੇ ਮੈਨੂੰ ਸਾਰੇ ਰਾਹ ਲਗਾਮ ਫੜ ਕੇ ਲੈ ਕੇ ਆਏ ਆ। ਰੋਣ ਲੱਗੇ ਭਾਈ ਲਹਿਣਾ ਜੀ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਤੇ ਡਿੱਗੇ। ਮਹਾਰਾਜ, ਮੈਂ ਤਾਂ ਤੁਹਾਡੇ ਦਰਸ਼ਨ ਕਰਕੇ ਪਾਪ ਬਖਸ਼ਾਉਣ ਵਾਸਤੇ ਆਇਆ ਸੀ, ਹੋਰ ਪਾਪ ਚੜ ਗਏ। ਮਹਾਰਾਜ ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਮਹਾਰਾਜ, ਮੈਨੂੰ ਸਮਝ ਨਹੀਂ ਸੀ, ਮੈਂ ਘੋੜੀ ਤੇ ਚੜਿਆ, ਤੁਸੀਂ ਮੇਰੇ ਮੂਹਰੇ ਲਗਾਮ ਫੜ ਕੇ ਤੁਰੇ ਆਏ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹਨੂੰ ਸਹੀ ਮਾਰਗ ਤੇ ਪਾਉਣਾ ਹੁੰਦਾ ਫਿਰ ਉਹਦੀ ਲਗਾਮ ਫੜ ਕੇ ਮੂਹਰੇ ਹੀ ਜਾਂਦਾ ਹੈ। ਉਹ ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ, ਲਹਿਣਿਆ ਨਾਮ ਕੀ ਹੈ? ਜਦੋਂ ਦੱਸਿਆ, ਕਹਿੰਦਾ ਲਹਿਣਾ ਬਾ ਜਿਨ੍ਹਾਂ ਨੇ ਲੈਣਾ ਹੈ ਉਹ ਘੋੜੀਆਂ ਤੇ ਚੜ ਕੇ ਆਉਂਦੇ ਆ, ਅਸੀਂ ਦੇਣਾ ਹੈ ਤੈਨੂੰ। ਐਸੀ ਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਕਿ ਗੁਰੂ ਨਾਨਕ ਦੇ ਪਾਤਸ਼ਾਹ ਦੇ ਦਰ ਦੇ ਹੀ ਹੋ ਗਏ, ਮੁੜ ਕੇ ਕਿਸੇ ਪਾਸੇ ਨਹੀਂ ਗਏ। ਕਿਤਨੀ ਸੇਵਾ ਕੀਤੀ, ਖੇਤੀਬਾੜੀ, ਹੋਰ ਸੇਵਾ। ਸਤਿਗੁਰਾਂ ਨੇ ਬਚਨ ਕਹੇ। ਕਵੀ ਰਾਜ ਜੀ ਲਿਖਦੇ ਨੇ, ਇਹ ਲਹਿਣਾ ਮੈਂ ਇਸ ਕੋ ਦੇਣਾ, ਕਹੋ ਸਤ ਮਿਥਿਆ ਨਹੀਂ ਬਹਿਣਾ। ਇਨਕੀ ਮੋਸੋ ਹੈ ਬਿਦ ਬਣੀ, ਮੇਰੇ ਰਾਜ ਕੋ ਆਇਓ ਤਨੀ। ਮਹਾਰਾਜ ਕਿਰਪਾ ਕਰਦੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਈ ਵਾਰ ਐਸੀ ਪਰਖ ਕੀਤੀ ਜਿਹਦੇ ਵਿੱਚ ਭਾਈ ਲਹਿਣਾ ਜੀ ਪਰਖ ਵਿੱਚ ਪੂਰੇ ਉਤਰਦੇ ਰਹੇ। ਫਿਰ ਐਸਾ ਕਿਰਪਾ ਅੰਗੋ ਅੰਗ ਉਪਾਇਓਨ, ਗੰਗੋ ਜਾਣ ਤੋ ਰੰਗ ਉਠਾਇਆ। ਅੰਗ ਲਾ ਕੇ ਅੰਗਦ ਬਣਾ ਦਿੱਤੇ। ਤੇ ਸਤਿਗੁਰੂ ਪਾਤਸ਼ਾਹ ਦੀ ਉਪਮਾ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਇਹ ਬਚਨ ਕਹੇ ਹੈ ਕਿ ਗੁਰਮੁਖੋ, ਸਤਿਗੁਰੂ ਬਿਨਾ ਅੰਦਰ ਪ੍ਰਕਾਸ਼ ਨਹੀਂ ਹੁੰਦਾ। ਗੋਰੇ ਅੰਗਦ ਗੋਰੇ ਅੰਗ ਤੇ ਅੰਮ੍ਰਿਤ ਬਿਰਖ, ਅੰਮ੍ਰਿਤ ਫਲ ਫਲਿਆ। ਜੋਤੀ ਜੋਤ ਜਗਾਈਨ, ਦੀਵੇ ਤੇ ਜਿਉ ਦੀਵਾ ਬਲਿਆ। ਭਾਈ ਗੁਰਦਾਸ ਜੀ ਕਹਿੰਦੇ ਆ, ਬਾਣੀ ਵਿੱਚ ਸਤਿਗੁਰਾਂ ਦੇ ਆਪਣੇ ਬਚਨ ਹਨ। ਮਹਿਮਾ ਕੀਤੀ ਧੰਨ ਗੁਰੂ ਨਾਨਕ ਦੇ ਪਾਤਸ਼ਾਹ। ਸਾਨੂੰ ਸਤਿਗੁਰ ਬਾਜ ਹਨੇਰਾ, ਚੰਦ ਪਾਣੀ ਕੋ ਚੜ੍ਹਦੇ। ਬਾਜ ਹਨੇਰਾ, ਚੰਦ ਪਾਣੀ ਕੋ ਚੜ੍ਹਦੇ।
ਪ੍ਰਾਪਤੀ ਹੋਈ। ਬਚਨ ਆਉਂਦੇ ਆ ਭਾਈ ਗੁਰਦਾਸ ਜੀ ਦੇ, ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ, ਜੋਤ ਜਗਾਈ। ਸਤਿਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਗੁਰਤਾ ਗੱਦੀ ਪ੍ਰਾਪਤ ਕੀਤੀ। ਕਿਵੇਂ ਕੀਤੀ? ਜੇ ਸਤਿਗੁਰ ਸੇਵੇ ਆਪਣਾ, ਤਿਸ ਨੂੰ ਪੂਜੈ ਸਭ ਕੋਏ। ਦੇਖੋ ਜਿਨ੍ਹਾਂ ਨੇ ਸੇਵਿਆ ਉਹਨਾਂ ਦੀ ਵੀ ਪੂਜਾ ਹੋਈ। ਗੁਰੂ ਅੰਗਦ ਦੇ ਮਹਾਰਾਜ ਨੂੰ ਵੀ ਉਸੇ ਤਰ੍ਹਾਂ ਦੁਨੀਆ ਨਮਸਕਾਰ ਕਰਦੀ। ਗੁਰੂ ਅਮਰਦਾਸ ਪਾਤਸ਼ਾਹ ਨੇ 12 ਸਾਲ ਗੁਰੂ ਅੰਗਦ ਦੇ ਮਹਾਰਾਜ ਦੀ ਸੇਵਾ ਕੀਤੀ। ਰੋਜ਼ ਇਸ਼ਨਾਨ ਕਰਾਉਣਾ ਸੌਖੀ ਗੱਲ ਨਹੀਂ। ਰੋਜ਼ ਹਰ ਰੋਜ਼ ਬਿਆਸ ਦਰਿਆ ਤੋਂ ਪਾਣੀ ਲੈ ਕੇ ਜਾਣਾ ਖਡੂਰ ਸਾਹਿਬ। ਨਿਯਮ 12 ਸਾਲ ਲਗਾਤਾਰ, ਉਹ ਵੀ ਬਿਰਧ ਅਵਸਥਾ 60 ਸਾਲ ਦੀ ਉਮਰ ਤੋਂ ਬਾਅਦ ਦੀ, ਤੇ ਲਗਾਤਾਰ ਸੇਵਾ ਕਰਦੇ ਆ। ਉਹ ਪਦਵੀ ਹਾਸਲ ਕਰ ਲਈ। ਇਹ ਅੱਜ ਸਾਰਾ ਜਗਤ ਗੋਇੰਦਵਾਲ ਦੀ ਧਰਤੀ ਤੇ ਗੁਰੂ ਅਮਰਦਾਸ ਮਹਾਰਾਜ ਨੂੰ ਮੱਥੇ ਟੇਕਦਾ ਹੈ। ਜੇ ਸਤਿਗੁਰ ਸੇਵੇ, ਜਿਨ੍ਹਾਂ ਨੇ ਸੇਵਿਆ, ਮਹਾਰਾਜ ਕਹਿੰਦੇ ਤਿੰਨ ਪੂਜੈ ਸਭ, ਉਹਨਾਂ ਨੂੰ ਭਾਈ ਤਿਸ ਨੂੰ ਪੂਜੈ ਸਭ ਕੋਈ। ਜਿਨ੍ਹਾਂ ਨੇ ਗੁਰੂ ਨੂੰ ਸੇਵਿਆ, ਧਿਆਇਆ, ਜਪਿਆ, ਬਚਨ ਮੰਨੇ, ਉਹਨਾਂ ਦਾ ਸਤਿਕਾਰ ਹੈ। ਇਹ ਗੁਰੂ ਮਹਾਰਾਜ ਦੇ, ਗੁਰੂ ਅਮਰਦਾਸ ਜੀ ਦੇ ਬਚਨ। ਤੋਂ ਆਓ ਹੁਣ ਸਮਾਂ ਸਮਾਪਤੀ। ਬਹੁਤ ਬਹੁਤ ਧੰਨਵਾਦ ਸਰਬੱਤ ਸੰਗਤਾਂ ਦਾ।